स्वागत है जी ਤੁਹਾਡਾ ਦਿਲਜੀਤ ਐਜੂਕੇਸ਼ਨ ਵਰਲਡ ਦੇ ਉੱਤੇ ਐਂਡ ਟੁਡੇ ਵੀ ਆਰ ਗੋਇੰਗ ਟੂ ਡਿਸਕਸ our next topic of English, and the topic is language as means of communication and thinking. Yes, language as means of communication and thinking. Language ਨੂੰ communication ਅਤੇ thinking ਦੇ ਸਾਧਨ ਵਜੋਂ यूज़ ਕਿਵੇਂ ਕਰਨਾ ਵਾ। ਸੋ ਕਿਉਂਕਿ ਹੁਣ ਤੱਕ ਅਸੀਂ ਇਹ ਸਿੱਖ ਚੁੱਕੇ ਹਾਂ ਕਿ ਲੈਂਗੁਏਜ ਕੀ ਹੁੰਦੀ ਹੈ, ਉਹਦਾ ਨੇਚਰ ਕੀ ਹੁੰਦਾ ਲੈਂਗੁਏਜ ਦਾ, ਵਟ ਇਜ਼ ਦੀ ਇੰਪੋਰਟੈਂਸ ਆਫ ਲੈਂਗੁਏਜ, ਵਟ ਇਜ਼ ਫਸਟ ਲੈਂਗੁਏਜ, ਵਟ ਇਜ਼ ਸੈਕੰਡ ਲੈਂਗੁਏਜ ਐਂਡ ਵਟ ਇਜ਼ ਫੋਰਨ ਲੈਂਗੁਏਜ। ਸੋ ਲੈਂਗੁਏਜ ਕੀ ਹੁੰਦੀ ਹੈ ਸਿੱਖਣ ਤੋਂ ਬਾਅਦ ਅੱਜ ਅਸੀਂ ਜਿਹੜੀ ਗੱਲ ਕਰਾਂਗੇ ਕਿ ਲੈਂਗੁਏਜ ਨੂੰ ਐਜ਼ ਮੀਨਸ ਆਫ ਕਮਿਊਨੀਕੇਸ਼ਨ ਜਾਂ ਥਿੰਕਿੰਗ ਦੇ ਤੌਰ 'ਤੇ ਕਿਵੇਂ ਯੂਜ਼ ਕਰਨਾ ਹੈ। ਸੋ ਚਲੋ ਜੀ ਫਿਰ ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਆਪਣਾ ਟੌਪਿਕ। ਸੋ ਆਲ ਦਾ ਹਿਊਮਨ ਕਮਿਊਨੀਕੇਟ ਐਂਡ ਥਿੰਕ ਥਰੂ ਲੈਂਗੁਏਜ। ਸਾਨੂੰ ਪਤਾ ਕਿ ਜਿੰਨੇ ਵੀ ਹਿਊਮਨ ਬੀਇੰਗਸ ਨੇ ਉਹ ਆਪਸ ਵਿੱਚ ਲੈਂਗੁਏਜ ਦੇ ਥਰੂ ਹੀ ਕਮਿਊਨੀਕੇਟ ਕਰਦੇ ਨੇ, ਗੱਲਬਾਤ ਕਰਦੇ ਨੇ। ਵੀ ਕੈਨੋਟ ਐਕਸਪੈਕਟ ਹਿਊਮਨ ਲਾਈਫ ਵਿਦਾਊਟ ਅ ਲੈਂਗੁਏਜ। ਅੰਡਰਸਟੂਡ ਹੈ ਕਿ ਜਿਹੜੀ ਇਨਸਾਨੀ ਜ਼ਿੰਦਗੀ ਹੈ ਬਿਨਾਂ ਲੈਂਗੁਏਜ ਤੋਂ ਸੋਚੀ ਵੀ ਨਹੀਂ ਜਾ ਸਕਦੀ। ਤੁਸੀਂ ਆਪਣੇ ਆਪ 'ਤੇ ਇੱਕ ਵਾਰ ਇਹ ਚੀਜ਼ ਸੋਚ ਕੇ ਦੇਖੋ ਕਿ ਜੇ ਲਾਈਫ ਦੇ ਵਿੱਚ ਤੁਹਾਨੂੰ ਇੱਕ ਦਿਨ ਬਿਨਾਂ ਲੈਂਗੁਏਜ ਤੋਂ ਰਹਿਣਾ ਪਵੇ ਤਾਂ ਉਹ ਦਿਨ ਤੁਹਾਡਾ ਕਿਹੋ ਜਿਹਾ ਹੋਏਗਾ। ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਵਟ ਇਜ਼ ਦਾ ਇੰਪੋਰਟੈਂਸ ਆਫ ਲੈਂਗੁਏਜ। ਸੋ ਲੈਂਗੁਏਜ ਇਜ਼ ਅ ਪਾਵਰਫੁਲ ਟੂਲ ਫॉर ਥਿੰਕਿੰਗ ਐਂਡ ਲਰਨਿੰਗ। ਅਸੀਂ ਜੋ ਵੀ ਕੁਛ ਸਿੱਖਦੇ ਹਾਂ ਜਾਂ ਜੋ ਵੀ ਕੁਛ ਸੋਚਦੇ ਹਾਂ, ਜੋ ਵੀ ਕੁਛ ਬੋਲਦੇ ਹਾਂ, ਉਹ ਲੈਂਗੁਏਜ ਦੇ ਰਾਹੀਂ ਹੀ ਬੋਲਦੇ ਹਾਂ, ਲੈਂਗੁਏਜ ਦੇ ਰਾਹੀਂ ਹੀ ਸੋਚਦੇ। ਸੋ ਇੱਕ ਪਾਵਰਫੁਲ ਟੂਲ ਹੈ। ਜਿਸ ਪਰਸਨ ਨੇ ਵੀ ਕਿਹਾ ਹੈ ਕਿ ਲੈਂਗੁਏਜ ਇਜ਼ ਦਾ ਸੈਟ ਆਫ ਹਿਊਮਨ ਹੈਬਿਟਸ। ਜਿਸ ਪਰਸਨ ਕਹਿੰਦਾ ਹੈ ਕਿ ਜਿਹੜੀ ਲੈਂਗੁਏਜ ਹੈ ਉਹ ਹਿਊਮਨ ਹੈਬਿਟਸ ਦਾ ਇੱਕ ਸੈੱਟ ਹੈ। ਹਿਊਮਨ ਹੈਬਿਟਸ ਲਾਈਕ ਸਾਡੀਆਂ ਕੁਛ ਹੈਬਿਟਸ ਹੁੰਦੀਆਂ ਨੇ ਨਾ ਰੂਟੀਨ ਲਾਈਫ ਦੇ ਵਿੱਚ, ਜਿਹੜੇ ਅਸੀਂ ਕੰਮ ਰੂਟੀਨ 'ਚ ਕਰਦੇ ਹਾਂ ਜਾਂ ਅਸੀਂ ਜਿਹੜੇ ਕੰਮ ਦੀ ਸਾਨੂੰ ਹੈਬਿਟ ਹੁੰਦੀ ਹੈ ਕਿ ਆਹ ਅਸੀਂ ਕਰਨਾ ਹੀ ਕਰਨਾ। ਸਿਮਿਲਰਲੀ ਇਹ ਵੀ ਇੱਕ ਲੈਂਗੁਏਜ ਹੈਬਿਟ ਹੈ ਕਿ ਦਾ ਪਰਪਜ਼ ਆਫ ਵਿਚ ਇਜ਼ ਟੂ ਗਿਵ ਐਕਸਪ੍ਰੈਸ਼ਨ ਟੂ ਹਿਊਮਨ ਥਾਟਸ ਐਂਡ ਫੀਲਿੰਗ। ਜਿਹਦਾ ਪਰਪਜ਼ ਕੀ ਹੈ ਜੀ, ਜਿਹੜੀ ਹਿਊਮਨ ਥਾਟਸ ਅਤੇ ਫੀਲਿੰਗਸ ਨੂੰ ਇੱਕ ਐਕਸਪ੍ਰੈਸ ਕਰਨ ਦਾ ਜ਼ਰੀਆ ਬਣਾਉਣਾ। ਬਿਕਾਜ਼ ਜੋ ਚੀਜ਼ਾਂ ਸਾਡੇ ਮਾਇੰਡਸ ਦੇ ਵਿੱਚ ਨੇ, ਸਾਡੇ ਵਿਚਾਰਾਂ ਦੇ ਵਿੱਚ ਹੈ, ਉਹ ਚੀਜ਼ਾਂ ਨੂੰ ਐਕਸਪ੍ਰੈਸ਼ਨ ਦਾ ਰੂਪ ਦੇਣਾ ਲੈਂਗੁਏਜ ਦਾ ਮੇਨ ਕੰਮ ਹੈ। ਸੋ ਸਪੈਸ਼ਲੀ ਟੂ ਇੰਪਾਰਟ ਦੈਮ ਟੂ ਅਦਰ। ਖਾਸ ਕਰਕੇ ਜਦੋਂ ਅਸੀਂ ਉਸ ਥੋਟਸ ਨੂੰ, ਫੀਲਿੰਗਸ ਨੂੰ, ਵਿਊਜ਼ ਨੂੰ, ਇਨਫੋਰਮੇਸ਼ਨ ਨੂੰ ਦੂਜਿਆਂ ਨੂੰ ਇੰਪਾਰਟ ਕਰਨਾ ਚਾਹੁੰਦੇ ਹਾਂ। ਸੋ ਜਿਹੜੀ ਲੈਂਗੁਏਜ ਹੈ ਇਹਨੂੰ ਜੇ ਅਸੀਂ ਐਜ਼ ਕਮਿਊਨੀਕੇਸ਼ਨ ਯੂਜ਼ ਕਰਦੇ ਹਾਂ, ਸੋ ਲੈਂਗੁਏਜ ਉਹਦੇ ਲਈ ਸਾਨੂੰ ਬੇਸਿਕ 4 ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਉਹ ਬੇਸਿਕ 4 ਚੀਜ਼ਾਂ ਕਿਹੜੀਆਂ ਨੇ ਜੀ? ਲੈਂਗੁਏਜ ਇਜ਼ ਆਲਵੇਜ਼ ਟਰਾਂਸਮਿਟਡ ਟੂ ਅਦਰ ਥਰੂ ਕਮਿਊਨੀਕੇਸ਼ਨ। ਜਦੋਂ ਹੀ ਅਸੀਂ ਲੈਂਗੁਏਜ ਨੂੰ ਇੱਕ ਪਰਸਨ ਤੋਂ ਦੂਜੇ ਪਰਸਨ ਤੱਕ ਪਹੁੰਚਾਉਣਾ ਹੈ ਤਾਂ ਉਹਦੇ ਲਈ ਸਾਨੂੰ ਕਮਿਊਨੀਕੇਸ਼ਨ ਦੀ ਲੋੜ ਪੈਂਦੀ ਹੈ। ਐਂਡ ਦ ਕਮਿਊਨੀਕੇਸ਼ਨ ਇਜ਼ ਡਨ ਥਰੂ 4 ਸਕਿੱਲ ਜਾਂ ਦੀਜ਼ ਆਰ ਦ 4 ਬੇਸਿਕ ਸਕਿੱਲ ਆਫ ਕਮਿਊਨੀਕੇਸ਼ਨ। 2 ਸਕਿੱਲਾਂ ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ। ਠੀਕ ਹੈ, ਇਹ 4 ਬੇਸਿਕ ਸਕਿੱਲ ਨੇ। ਕਿਸੇ ਵੀ ਲੈਂਗੁਏਜ ਨੂੰ ਤੁਸੀਂ ਕਮਿਊਨੀਕੇਟ ਕਰਨਾ ਹੈ, ਇੱਕ ਪਰਸਨ ਤੋਂ ਦੂਜੀ ਤੱਕ ਪਹੁੰਚਾਉਣਾ ਹੈ ਤਾਂ ਤੁਹਾਨੂੰ ਇਹਨਾਂ 4 ਬੇਸਿਕ ਸਕਿੱਲਸ ਦੀ ਲੋੜ ਪਏਗੀ। So let us discuss these skills one by one. First of all, listening. Listening ਕੀ ਹੁੰਦੀ ਹੈ? Listening is one of 4 important skills in any language teaching program. ਜਿਹੜੀ ਲਿਸਨਿੰਗ ਹੈ ਉਹ 4 ਬੇਸਿਕ ਸਕਿੱਲ ਦੇ ਵਿੱਚੋਂ ਇੱਕ ਬਹੁਤ ਹੀ ਇੰਪੋਰਟੈਂਟ ਸਕਿੱਲ ਹੈ। ਮੋਸਟ ਲੈਂਗੁਏਜ ਟੀਚਰ ਐਜ਼ ਵੈਲ ਐਜ਼ ਲਰਨਰ ਬਲੀਵ ਦੈਟ ਲਿਸਨਿੰਗ ਇਜ਼ ਅ ਪੈਸਿਵ ਸਕਿੱਲ ਐਂਡ ਡਜ਼ਨਟ ਡਿਮਾਂਡ ਐਨੀ ਸਪੈਸ਼ਲ ਐਫਰਟ। ਮਤਲਬ ਬਹੁਤ ਲੋਕਾਂ ਦਾ ਮੰਨਣਾ ਹੈ, ਟੀਚਰਸ ਦਾ, ਈਵਨ ਸਟੂਡੈਂਟਸ ਦਾ, ਕਿ ਜਿਹੜੀ ਲਿਸਨਿੰਗ ਹੈ ਉਹ ਤਾਂ ਆਪਣੇ ਆਪ ਹੀ ਆ ਜਾਣੀ ਹੈ। ਮਤਲਬ ਵੀ ਨੀਡ ਨਾਟ ਟੂ ਪੁੱਟ ਐਨੀ ਐਫਰਟ। ਸੋ ਲਿਸਨਿੰਗ ਨੂੰ ਉਹ ਕਹਿੰਦੇ ਹੈ ਕਿ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ ਟੀਚਰ ਵੀ ਅਤੇ ਸਟੂਡੈਂਟ ਵੀ। ਵੀ ਟੇਕ ਇਟ ਫॉर ਗਰੈਂਟਿਡ ਦੈਟ, ਸਾਨੂੰ ਇਹ ਚੀਜ਼ ਦਾ ਇੱਕ ਵਿਸ਼ਵਾਸ ਸਾਡੇ ਵਿੱਚ ਬਣਿਆ ਹੋਇਆ ਹੈ ਕਿ ਲਰਨਰਸ ਆਟੋਮੈਟਿਕਲੀ ਐਕਵਾਇਰ ਦਿਸ ਸਕਿੱਲ ਵਿਦਾਊਟ ਐਨੀ ਸਪੈਸ਼ਲ ਟ੍ਰੇਨਿੰਗ। ਕਿਉਂਕਿ ਸੁਣਨ ਦਾ ਕੀ ਹੈ ਕਿ ਸੁਣਨਾ ਹੀ ਆਪਾਂ, ਅਗਲਾ ਬੋਲ ਰਿਹਾ ਅਸੀਂ ਸੁਣ ਰਹੇ ਹਾਂ, ਦੈਟਸ ਇਟ। ਨੋ, ਪਰ ਇਹ ਗਲਤ ਹੈ, ਇਹ ਸਹੀ ਨਹੀਂ ਹੈ। ਠੀਕ ਹੈ, ਮਤਲਬ ਟੀਚਰਸ ਦਾ, ਸਟੂਡੈਂਟਸ ਦਾ ਮੰਨਣਾ ਕਿ ਇਹ ਤਾਂ ਆਪਣੇ ਆਪ ਆਟੋਮੈਟਿਕਲੀ ਬੱਚਿਆਂ ਨੂੰ ਜਾਂ ਲਰਨਰ ਨੂੰ ਆ ਜਾਣਾ ਹੈ। ਓਨਲੀ ਰਿਕੁਆਇਰ ਇਜ਼ ਟੂ ਕੀਪ ਓਪਨ ਵਨਸ ਏਅਰ ਓਪਨ ਐਂਡ ਲਿਸਨ। ਬਸ ਕੀ ਚੀਜ਼ ਦੀ ਲੋੜ ਹੈ ਕਿ ਆਪਣੇ ਕੰਨ ਖੁੱਲ੍ਹੇ ਰੱਖੋ ਅਤੇ ਸੁਣੋ, ਬਸ ਹੋ ਗਿਆ ਜੀ ਸਕਿੱਲ ਐਕਵਾਇਰ। ਨਹੀਂ,
बट इट्स नॉट ट्रू, ये सही नहीं है। इफ़ यू डू नॉट अंडरस्टैंड द वर्ड्स यू कैनॉट अंडरस्टैंड थ्रू थॉट्स फीलिंग्स एंड ਇਮੋਸ਼ਨਸ। ਸਹੀ ਸੁਣਨ ਦਾ ਮਤਲਬ ਹੈ ਕਿ ਤੁਸੀਂ ਉਸ ਚੀਜ਼ ਨੂੰ ਧਿਆਨ ਦੇ ਨਾਲ, ਜਦ ਤੱਕ ਤੁਸੀਂ ਉਹਨੂੰ ਲਿਸਨਿੰਗ ਵਿਦ ਕੰਪਰੀਹੈਂਸ਼ਨ ਨਹੀਂ ਹੁੰਦੀ, ਲਿਸਨਿੰਗ ਵਿਦ ਅੰਡਰਸਟੈਂਡਿੰਗ ਨਹੀਂ ਹੁੰਦੀ, ਤੁਸੀਂ ਵਰਡਸ ਨੂੰ ਨਹੀਂ ਸਮਝਦੇ ਹੋ, ਨਾ ਤਾਂ ਤੁਸੀਂ ਉਹਦੀ ਮੀਨਿੰਗ ਸਮਝ ਪਾਓਗੇ, ਨਾ ਤੁਸੀਂ ਉਹਦੇ ਥੋਟਸ ਫੀਲਿੰਗਸ ਇਮੋਸ਼ਨਸ ਨੂੰ ਸਮਝ ਪਾਓਗੇ। ਸੋ ਸਹੀ ਲਿਸਨਿੰਗ ਹੁੰਦੀ ਹੈ ਕਿ ਕਿਸੇ ਚੀਜ਼ ਨੂੰ ਧਿਆਨ ਦੇ ਨਾਲ ਸਮਝ ਕੇ ਸੁਣਨਾ। ਮਤਲਬ ਕੋਈ ਪਰਸਨ ਬੋਲ ਰਿਹਾ, ਉਹਦੇ 'ਚ ਤੁਹਾਨੂੰ ਕਈ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਨੇ ਕਿ ਤੁਸੀਂ ਨਵੇਂ ਵਰਡਸ ਤੁਹਾਨੂੰ ਮਿਲ ਸਕਦੇ ਨੇ ਜਿਨ੍ਹਾਂ ਦੀ ਤੁਹਾਨੂੰ ਮੀਨਿੰਗ ਨਹੀਂ ਪਤਾ, ਦ ਵਰਡ ਵਿਚ ਆਰ ਟੋਟਲੀ ਨਿਊ ਫॉर ਯੂ। ਸੋ ਸਿਮਿਲਰਲੀ ਨਵੇਂ ਆਈਡੀਆਜ਼ ਫੀਲਿੰਗ ਇਮੋਸ਼ਨਸ ਦੀ ਤੁਹਾਨੂੰ ਨੌਲੇਜ ਆਉਂਦੀ ਹੈ। ਸੋ ਸੁਣਨ ਦਾ ਮਤਲਬ ਇਹ ਨਹੀਂ ਕਿ ਬਸ ਕੰਨ ਖੋਲ੍ਹ ਲਓ, ਜਿਹੜਾ ਪਰਸਨ ਬੋਲ ਰਿਹਾ ਉਹਨੂੰ ਸੁਣ ਲਓ, ਨੋ। ਸੋ ਸੁਣਨ ਦਾ ਮਤਲਬ ਹੈ ਕਿ ਉਹਨੂੰ ਸਮਝ ਕੇ ਸੁਣਨਾ, ਠੀਕ ਹੈ ਰਾਜੇ। ਐਂਡ ਇੱਕ ਹੋਰ ਚੀਜ਼ ਜਿਹੜੀ ਮੈਂ ਦੱਸਣਾ ਚਾਹੂੰਗਾ ਕਿ ਆਲ ਦ 4 ਬੇਸਿਕ ਸਕਿੱਲ ਆਰ ਇਕੁਅਲੀ ਇੰਪੋਰਟੈਂਟ। ਵੀ ਕਾਂਟ ਸੇ ਦੈਟ ਦਿਸ ਇਜ਼ ਇੰਪੋਰਟੈਂਟ ਦੈਨ ਦੈਟ ਵਨ, ਨੋ, ਆਲ ਆਰ ਇਕੁਅਲੀ ਇੰਪੋਰਟੈਂਟ। ਸਭ ਦੀ ਸੇਮ ਇੰਪੋਰਟੈਂਸ ਹੈ, ਸੇਮ ਮਹੱਤਤਾ ਹੈ ਜੀ, ਠੀਕ ਹੈ। ਲਿਸਨਿੰਗ ਤੋਂ ਬਾਅਦ ਅਸੀਂ ਇਹ ਜਿਹੜੇ 4 ਬੇਸਿਕ ਸਕਿੱਲ ਦੀ ਅੱਜ ਗੱਲ ਕਰ ਰਹੇ ਹਾਂ, ਅਸੀਂ ਇਹਨਾਂ ਨੂੰ ਸ਼ੋਰਟ ਦੇ ਵਿੱਚ ਹੀ ਕਰ ਰਹੇ ਹਾਂ ਬਿਕਾਜ਼ ਸਾਡਾ ਟੌਪਿਕ ਹੈ ਕਿ ਲੈਂਗੁਏਜ ਨੂੰ ਮੀਨਸ ਆਫ ਕਮਿਊਨੀਕੇਸ਼ਨ ਜਾਂ ਥਿੰਕਿੰਗ ਦੇ ਤੌਰ 'ਤੇ ਕਿਵੇਂ ਯੂਜ਼ ਕਰਨਾ ਹੈ। ਸੋ ਅਸੀਂ ਰੀਡਿੰਗ ਰਾਈਟਿੰਗ ਸਪੀਕਿੰਗ ਵਗੈਰਾ ਦੀ ਗੱਲ ਅੱਗੇ ਨੈਕਸਟ ਚੈਪਟਰਸ ਦੇ ਵਿੱਚ ਕਰਾਂਗੇ, ਡਿਟੇਲ ਦੇ ਵਿੱਚ ਕਰਾਂਗੇ। ਨੈਕਸਟ ਹੈ ਜੀ ਸਪੀਕਿੰਗ। ਸਪੀਕਿੰਗ ਇਜ਼ ਐਨ ਆਰਟ। ਸਪੀਕਿੰਗ ਇੱਕ ਕਲਾ ਹੁੰਦੀ ਹੈ ਰਾਜੇ। ਸਾਨੂੰ ਪਤਾ ਹੈ ਕਿ ਸਪੀਕਿੰਗ ਜਿਹੜੀ ਹੈ ਕਲਾ ਹੈ, ਜਿਹੜਾ ਬਹੁਤ ਸਹੀ ਤਰੀਕੇ ਨਾਲ ਬੰਦਾ ਬੋਲਦਾ ਹੈ ਉਹਨੂੰ ਸਾਰੇ ਵਧੀਆ ਸਮਝਦੇ ਨੇ ਕਿ ਬੰਦੇ ਦੇ ਕਮਿਊਨੀਕੇਸ਼ਨ ਸਕਿੱਲਸ ਬਹੁਤ ਅੱਛੇ ਨੇ, ਹੈ ਨਾ। ਸੋ ਕਰੈਕਟ ਪ੍ਰੋਨਾਂਸੀਏਸ਼ਨ, ਵੋਇਸ ਐਂਡ ਜੈਸਚਰ of a speaker impress greatly to the listener। ਜੇ ਕਿਸੇ ਪਰਸਨ ਦੀ ਜਿਹੜੀ ਪ੍ਰੋਨਾਂਸੀਏਸ਼ਨ ਸ਼ੁੱਧ ਹੈ, ਬਿਲਕੁਲ ਕਰੈਕਟ ਹੈ, ਮਤਲਬ ਉਚਾਰਨ ਤੁਹਾਡਾ ਜਿਹੜਾ ਬਿਲਕੁਲ ਸ਼ੁੱਧ ਹੈ, ਜਿਹੜੀ ਤੁਹਾਡੀ ਵੋਇਸ ਬਿਲਕੁਲ ਆਡੀਬਲ ਹੈ, ਅਤੇ ਤੁਹਾਡੇ ਜੈਸਚਰ ਆ ਜਿਹੜੇ ਉਹ ਵੀ ਵਧੀਆ ਨੇ, ਅਤੇ ਜਿਹੜਾ ਸਪੀਕਰ ਹੈ ਉਹ ਕਹਿੰਦੇ ਕਿ ਇੰਪਰੈਸ ਗ੍ਰੇਟਲੀ ਟੂ ਦ ਲਿਸਨਰਸ, ਤਾਂ ਸੁਣਨ ਵਾਲਿਆਂ ਨੂੰ ਗ੍ਰੇਟਲੀ ਇੰਪਰੈਸ ਕਰ ਸਕਦਾ ਹੈ ਬੋਲਣ ਵਾਲਾ ਪਰਸਨ ਜਿਹੜਾ ਹੈ, ਠੀਕ ਹੈ। ਸੋ ਇਨ ਆਰਡਰ ਟੂ ਡਿਵੈਲਪ ਦ ਸਪੀਕਿੰਗ ਅਬਿਲਿਟੀ ਟੂ ਲਰਨਰ ਐਟ ਸਕੂਲ ਅੰਡਰ ਇੰਡੀਅਨ ਕੰਡੀਸ਼ਨ, ਮਤਲਬ ਇੰਡੀਅਨ ਕੰਡੀਸ਼ਨ ਦੇ ਅੰਡਰ ਜੇ ਅਸੀਂ ਕਹੀਏ ਕਿ ਜੇ ਅਸੀਂ ਸਪੀਕਿੰਗ ਅਬਿਲਿਟੀ ਨੂੰ ਡਿਵੈਲਪ ਕਰਨਾ ਹੈ ਸਕੂਲਾਂ ਦੇ ਵਿੱਚ ਇੰਡੀਅਨ ਕੰਡੀਸ਼ਨ ਦੇ ਵਿੱਚ, ਨੋਟ ਫੋਰਨ ਕੰਡੀਸ਼ਨਸ, ਅ ਸਟੈਪ ਬਾਏ ਸਟੈਪ ਟ੍ਰੇਨਿੰਗ ਇਜ਼ ਰਿਕੁਆਇਰਡ। ਇੱਕ ਸਟੈਪ ਬਾਏ ਸਟੈਪ ਟ੍ਰੇਨਿੰਗ ਰਿਕੁਆਇਰਡ ਹੈ ਜੋ ਜਨਰਲੀ ਸਕੂਲਾਂ ਦੇ ਵਿੱਚ ਨਹੀਂ ਹੁੰਦੀ। ਮਤਲਬ ਬੱਚਿਆਂ ਨੂੰ ਸਹੀ ਤਰੀਕੇ ਨਾਲ ਪਹਿਲਾਂ ਤਾਂ ਸ਼ਬਦਾਂ ਦਾ ਉਚਾਰਨ ਕਰਨਾ ਸਿਖਾਉਣਾ, ਫਿਰ ਸੈਂਟੈਂਸਿਸ ਬਾਰੇ ਨੌਲੇਜ ਦੇਣੀ, ਗ੍ਰਾਮਰ ਬਾਰੇ ਨੌਲੇਜ ਦੇਣੀ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕਰੈਕਟ ਇੰਗਲਿਸ਼ ਬੋਲਣੀ ਸਿਖਾਉਣੀ। ਇਹ ਸਟੈਪ ਬਾਏ ਸਟੈਪ ਇੱਕ ਪ੍ਰੋਸੈਸ ਹੈ ਜੋ ਕਰਨਾ ਹੋਣਾ ਚਾਹੀਦਾ ਸਕੂਲਸ ਵਿੱਚ। ਦਾ ਲਰਨਰ ਮਸਟ ਪ੍ਰਪੇਅਰਡ ਬਾਏ ਦਾ ਟੀਚਰ ਫੋਰ ਐਕਚੁਅਲ ਕਮਿਊਨੀਕੇਸ਼ਨ ਵਿਦ ਅਦਰ। ਸੋ ਜਿਹੜੇ ਲਰਨਰ ਹੈ ਉਹਨਾਂ ਨੂੰ ਸਕੂਲ ਟੀਚਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਪ੍ਰਪੇਅਰ ਕਰੇ ਕਿ ਉਹ ਦੂਜਿਆਂ ਦੇ ਨਾਲ ਕਮਿਊਨੀਕੇਟ ਕਰ ਸਕਣ, ਠੀਕ ਹੈ, ਇਨ ਇੰਗਲਿਸ਼। ਸੋ ਅੱਗੇ ਚੱਲਦੇ ਹਾਂ ਜੀ। ਸਪੀਕਿੰਗ ਦੇ ਲਈ ਉਹ ਕਹਿੰਦਾ ਹੈ ਕਿ ਇੱਕ ਗੁੱਡ ਸਪੀਕਰ ਆਫ ਇੰਗਲਿਸ਼ ਹੈਵ ਦ ਫੋਲੋਵਿੰਗ ਕੁਆਲਿਟੀਜ਼। ਇੱਕ ਜਿਹੜਾ ਇੰਗਲਿਸ਼ ਦਾ ਵਧੀਆ ਸਪੀਕਰ ਹੈ ਉਹਦੇ 'ਚ ਆਹ ਬੇਸਿਕ ਕੁਆਲਿਟੀਜ਼ ਤਾਂ ਹੋਣੀਆਂ ਹੀ ਚਾਹੀਦੀਆਂ। ਇਸ ਤੋਂ ਇਲਾਵਾ ਵੀ ਹੋਰ ਕਾਫੀ ਚੀਜ਼ਾਂ ਹੋਰ ਵੀ ਹੁੰਦੀਆਂ ਨੇ, ਉਹਨਾਂ ਦੀ ਗੱਲ ਆਪਾਂ ਅਗਲੇ ਚੈਪਟਰਸ ਕਰਾਂਗੇ, ਬਟ ਆਹ ਤਾਂ ਕੁਛ ਚੀਜ਼ਾਂ ਹੈ ਨੇ ਜੋ ਬੇਸਿਕ ਨੇ, ਜੋ ਹੋਣੀਆਂ ਹੀ ਚਾਹੀਦੀਆਂ ਨੇ ਇੱਕ ਅੱਛਾ ਸਪੀਕਰ ਬਣਨ ਦੇ ਲਈ। ਸੋ ਹੀ ਪ੍ਰੋਡਿਊਸਿਸ ਅ ਲੈਂਗੁਏਜ ਬਾਈ ਯੂਜ਼ਿੰਗ ਪ੍ਰੋਪਰ ਸਟ੍ਰੈਸ, ਰਿਦਮ ਐਂਡ ਇੰਟੋਨੇਸ਼ਨ। ਮਤਲਬ ਜਦੋਂ ਲੈਂਗੁਏਜ ਯੂਜ਼ ਕਰਦਾ ਹੈ ਉਹਦੇ 'ਚ ਉਹਦੀ ਜਿਹੜੀ ਪ੍ਰੋਪਰ ਸਟ੍ਰੈਸ ਹੋਣਾ ਚਾਹੀਦਾ ਹੈ, ਪ੍ਰੋਪਰ ਰਿਦਮ ਹੋਣਾ ਚਾਹੀਦਾ ਅਤੇ ਪ੍ਰੋਪਰ ਇੰਟੋਨੇਸ਼ਨ। ਸਟ੍ਰੈਸ ਦੀ ਜੇ ਆਪਾਂ ਗੱਲ ਕਰੀਏ, ਸਟ੍ਰੈਸ ਮੀਨਸ ਕਿ ਸ਼ਬਦਾਂ ਦੇ ਉੱਤੇ ਤੁਸੀਂ ਕਿੰਨਾ ਦਬਾਅ ਦੇਣਾ ਹੈ, ਕਿਹੜੇ ਸ਼ਬਦ ਦੇ ਉੱਤੇ ਦਬਾਅ ਦੇਣਾ, ਕਿਹੜੇ ਸਿਲੇਬਲ 'ਤੇ ਤੁਸੀਂ ਦਬਾਅ ਦੇਣਾ। ਲਾਈਕ ਆਪਾਂ ਵਰਡ ਬੋਲਦੇ ਹਾਂ ਸਿਸਟਰ, ਸਿਸਟਰ ਦੇ ਵਿੱਚ ਅਸੀਂ ਕੀ ਕਰਦੇ ਹਾਂ, ਸਿਸ ਦੇ ਉੱਤੇ ਅਸੀਂ ਦਬਾਅ ਦਿੰਦੇ ਹਾਂ, ਟਰ ਦੇ ਉੱਤੇ ਅਸੀਂ ਦਬਾਅ ਨਹੀਂ ਦਿੰਦੇ। ਲਾਈਕ ਤੁਸੀਂ ਬੋਲ ਕੇ ਦੇਖੋ ਆਪਣੇ ਆਪ ਦੇ ਵਿੱਚ ਇਹ ਵਰਡ, ਅਸੀਂ ਕਦੇ ਸਿਸਟਰ ਨਹੀਂ ਬੋਲਦੇ, ਅਸੀਂ ਸਿਸਟਰ ਬੋਲਦੇ ਹਾਂ। ਸਿਸ 'ਤੇ ਸਾਡਾ ਦਬਾਅ ਆਉਂਦਾ, ਜਿਹੜਾ ਟਰ ਹੈ ਉਹ ਬਹੁਤਾ ਲਾਈਟਲੀ ਸਾਡੇ ਵੋਕਲ ਦੇ ਵਿੱਚੋਂ ਨਿਕਲ ਜਾਂਦਾ ਹੈਗਾ, ਸਿਸਟਰ। ਸੋ ਇਹਨੂੰ ਕਹਿੰਦੇ ਆ ਸਟ੍ਰੈਸ ਜੀ। ਸਟ੍ਰੈਸ ਬਾਰੇ ਵੀ ਆਪਾਂ ਅੱਗੇ ਗੱਲ ਕਰਾਂਗੇ। ਰਿਦਮ, ਰਿਦਮ ਦਾ ਮਤਲਬ ਹੈ ਜੇ ਲੈਅ ਦੇ ਵਿੱਚ ਬੋਲਣਾ,
ਪੂਰੀ ਬਿਲਕੁਲ ਰਿਦਮਿਕ ਹੋਣੀ ਚਾਹੀਦੀ ਹੈ ਤੁਹਾਡੀ ਲੈਂਗੁਏਜ। ਅਤੇ ਇੰਟੋਨੇਸ਼ਨ ਹੁੰਦਾ ਹੈ ਕਿ ਸ਼ਬਦਾਂ ਦਾ ਉਤਰਾਅ ਚੜ੍ਹਾਅ, ਕਿੱਥੇ ਤੁਸੀਂ ਆਵਾਜ਼ ਨੂੰ ਉੱਚਾ ਕਰਨਾ ਹੈ ਅਤੇ ਕਿੱਥੇ ਤੁਸੀਂ ਆਵਾਜ਼ ਨੂੰ ਡਾਊਨ ਕਰਨਾ ਹੈ, ਇਹਨੂੰ ਕਹਿੰਦੇ ਆ ਇੰਟੋਨੇਸ਼ਨ। ਜਿਵੇਂ ਕੋਈ ਡਾਇਲੋਗ ਇਹੋ ਜਿਹਾ ਹੈ ਜਿਹੜਾ ਉੱਚੀ ਬੋਲਣ ਵਾਲਾ ਹੈ ਤਾਂ ਤੁਸੀਂ ਉੱਥੇ ਆਵਾਜ਼ ਨੂੰ ਜਿਹੜੀ ਉਹ ਥੋੜ੍ਹਾ ਹਾਈ ਪਿਚ 'ਤੇ ਲੈ ਕੇ ਜਾਂਦੇ ਹੋ। ਜੇ ਤੁਹਾਡੀ ਜਿਹੜਾ ਡਾਇਲੋਗ ਹੈ ਜਿਹੜਾ ਸੋਫਟਲੀ ਬੋਲਣ ਵਾਲਾ ਹੈ ਉੱਥੇ ਅਸੀਂ ਫਿਰ ਆਵਾਜ਼ ਨੂੰ ਜਿਹੜਾ ਡਾਊਨ ਕਰਕੇ ਬੋਲਦੇ ਹਾਂ। ਸੋ ਦਿਸ ਇਜ਼ ਕਾਲਡ ਇੰਟੋਨੇਸ਼ਨ। ਐਂਡ ਹੀ ਸ਼ੋਜ਼ ਮਾਸਟਰੀ ਆਫ ਦਾ ਬੇਸਿਕ ਗ੍ਰਾਮਰ ਆਫ ਸਪੋਕਨ ਇੰਗਲਿਸ਼। ਜਦੋਂ ਕੋਈ ਬੰਦਾ ਬੋਲਦਾ ਹੈ ਉਹਦੇ ਕੋਲ ਇੰਨੀ ਤਾਂ ਮਾਸਟਰੀ ਹੋਣੀ ਚਾਹੀਦੀ ਬੇਸਿਕ ਗ੍ਰਾਮਰ ਦੀ ਕਿ ਜੋ ਚੀਜ਼ਾਂ ਬੋਲਦਾ ਹੈ ਉਹ ਬਿਲਕੁਲ ਗ੍ਰਾਮੈਟੀਕਲੀ ਵੀ ਬਿਲਕੁਲ ਕਰੈਕਟ ਹੋਣ, ਸ਼ੁੱਧ ਹੋਣ। ਲਾਈਕ ਕਿ ਉਹਨੇ ਜਿਹੜਾ ਟੈਂਸ ਪੈਟਰਨ ਹੈ ਉਹਨੂੰ ਅਡੋਪਟ ਕੀਤਾ ਹੋਇਆ ਹੋਣਾ ਚਾਹੀਦਾ ਹੈ, ਸਹੀ ਤਰੀਕੇ ਦੇ ਨਾਲ ਵਰਬਸ ਦੀ ਫੋਰਮਸ ਯੂਜ਼ ਹੋ ਜਾਣੀ ਚਾਹੀਦੀ ਹੈ। ਉਹ ਬੇਸਿਕ ਗ੍ਰਾਮਰ 'ਤੇ ਜਦੋਂ ਮਾਸਟਰੀ ਹੋ ਜਾਂਦੀ ਉਹ ਆਪਣੇ ਆਪ ਹੀ ਚੀਜ਼ਾਂ ਆ ਜਾਂਦੀਆਂ। ਅਦਰਵਾਈਜ਼ ਸਾਨੂੰ ਲੋੜ ਨਹੀਂ ਕਿ ਅਸੀਂ ਬੋਲਦੇ ਬੋਲਦੇ ਸੋਚੀਏ ਕਿ ਮੈਂ ਇੱਥੇ ਵਰਬ ਯੂਜ਼ ਕਰਨਾ ਹੈ ਕਿ ਮੈਂ ਇੱਥੇ ਹੈਲਪਿੰਗ ਵਰਬ। ਜਦੋਂ ਤੁਸੀਂ ਐਕਸਪਰਟ ਹੋ ਜਾਂਦੇ ਹੋ ਬੇਸਿਕ ਗ੍ਰਾਮਰ ਦੇ ਵਿੱਚ ਤਾਂ ਇਹ ਚੀਜ਼ਾਂ ਆਟੋਮੈਟਿਕਲੀ ਤੁਹਾਨੂੰ ਆਪਣੇ ਆਪ ਜਿਹੜੀਆਂ ਆਉਣ ਲੱਗ ਜਾਂਦੀਆਂ ਨੇ। ਠੀਕ ਹੈ। ਨੈਕਸਟ ਗਿਵਜ਼ ਅ ਮੀਨਿੰਗ ਟੂ ਹਿਸ ਸਪੀਚ। ਆਪਣੇ ਸਪੀਚ ਨੂੰ ਇੱਕ ਮੀਨਿੰਗ ਦਿੰਦਾ ਹੈ, ਮਤਲਬ ਜੋ ਵੀ ਉਹ ਬੋਲਦਾ ਹੈ ਉਹ ਮੀਨਿੰਗਫੁੱਲ ਹੁੰਦਾ ਹੈ, ਮੀਨਿੰਗਲੈਸ ਨਹੀਂ ਹੁੰਦਾ। ਨੈਕਸਟ ਹੈ ਕਿ ਹੀ ਮੇਕਸ ਗੁੱਡ ਯੂਜ਼ ਆਫ ਬੋਡੀ ਲੈਂਗੁਏਜ, good use of body language and other non-verbal cues for effective communication। ਮਤਲਬ ਉਹ ਕੀ ਕਰਦਾ ਕਿ ਇੱਕ ਤਾਂ ਬੋਡੀ ਲੈਂਗੁਏਜ ਦਾ ਗੁੱਡ ਯੂਜ਼ ਕਰਦਾ। ਬੋਡੀ ਲੈਂਗੁਏਜ ਕੀ ਹੁੰਦੀ ਰਾਜੇ? ਤੁਹਾਡਾ ਚੱਲਣ ਫਿਰਨ, ਤੁਰਨ, ਬੈਠਣ ਉੱਠਣ ਦਾ ਢੰਗ। ਤੁਸੀਂ ਕਿਸੇ ਨਾਲ ਗੱਲ ਕਰਦੇ ਹੋ, ਤੁਹਾਡੀ ਹੈਂਡ ਮੂਵਮੈਂਟਸ ਕੀ ਹੈ, ਤੁਹਾਡਾ ਫੇਸ ਐਕਸਪ੍ਰੈਸ਼ਨ ਕੀ ਹੈ, ਤੁਹਾਡੀ ਆਈ ਮੂਵਮੈਂਟਸ ਕੀ ਹੈ, ਆਈ ਟੂ ਆਈ ਕੰਟੈਕਟ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਬੋਡੀ ਲੈਂਗੁਏਜ ਦੇ ਵਿੱਚ ਆ ਜਾਂਦੀਆਂ ਨੇ। ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜੀ ਬੋਡੀ ਲੈਂਗੁਏਜ। ਤੁਹਾਡੀ ਪਰਸਨੈਲਿਟੀ ਨੂੰ ਕਾਊਂਟ ਕੀਤਾ ਜਾ ਸਕਦਾ ਹੈ ਤੁਹਾਡੀ ਬੋਡੀ ਲੈਂਗੁਏਜ ਤੋਂ। ਠੀਕ ਹੈ। ਐਂਡ ਅਦਰ ਨੋਨ ਵਰਬਲ ਕਿਊਜ਼ ਹੋ ਗਏ, ਲਾਈਕ ਜਿਹੜੇ ਅਸੀਂ ਬਿਨਾਂ ਬੋਲੇ ਕਿਸੇ ਨੂੰ ਦੱਸਦੇ ਹਾਂ ਥਰੂ ਬੋਡੀ ਲੈਂਗੁਏਜ, ਥਰੂ ਜੈਸਚਰ ਔਰ ਥਰੂ ਅਦਰ ਕਿਊਜ਼। ਲਾਈਕ ਕਿ ਅਸੀਂ ਬਿਨਾਂ ਬੋਲੇ ਜਿਹੜੀਆਂ ਚੀਜ਼ਾਂ ਕਰਦੇ ਹਾਂ ਲੈਂਗੁਏਜ ਦੀਆਂ ਉਹਨਾਂ ਨੂੰ ਨੋਨ ਵਰਬਲ ਕਿਊਜ਼ ਉਹਨੇ ਕਿਹਾ ਵਾ। ਇਫੈਕਟਿਵ ਕਮਿਊਨੀਕੇਸ਼ਨ ਦੇ ਲਈ ਜਿਹੜਾ ਉਹਨੂੰ ਬੋਡੀ ਲੈਂਗੁਏਜ ਅਤੇ ਜਿਹੜੇ ਹੋਰ ਨੋਨ ਵਰਬਲ ਕਿਊਜ਼ ਉਹਨਾਂ ਦਾ ਇਫੈਕਟਿਵ ਯੂਜ਼ ਕਰਨਾ ਆਉਂਦਾ ਹੋਣਾ ਚਾਹੀਦਾ ਹੈ। ਹੀ ਯੂਜ਼ਸ ਐਪਰੋਪਰੀਏਟ ਲੈਂਗੁਏਜ ਟੂ ਓਕੇਜ਼ਨ ਟੂ ਕਨਵੇ ਦਾ ਡਿਜ਼ਾਇਰਡ ਮੀਨਿੰਗ। ਮਤਲਬ ਅਕੋਰਡਿੰਗ ਟੂ ਰਿਕੁਆਇਰਮੈਂਟ, ਅਕੋਰਡਿੰਗ ਟੂ ਸਿਚੁਏਸ਼ਨ, ਅਕੋਰਡਿੰਗ ਟੂ ਓਕੇਜ਼ਨ। ਮਤਲਬ ਉਹ ਸਹੀ ਲੈਂਗੁਏਜ ਜਿਹੜੀ ਉਹ ਯੂਜ਼ ਕਰਦਾ ਹੈ ਤਾਂ ਕਿ ਉਹ ਇੱਕ ਡਿਜ਼ਾਇਰਡ ਮੀਨਿੰਗ ਕਨਵੇ ਕਰ ਸਕੇ। ਮਤਲਬ ਇਟ ਡਿਪੈਂਡਸ, ਇਟ ਵੇਰੀਜ਼ ਪਰਸਨ ਟੂ ਪਰਸਨ ਐਂਡ ਸਿਚੁਏਸ਼ਨ ਟੂ ਸਿਚੁਏਸ਼ਨ ਕਿ ਤੁਸੀਂ ਕੀ ਬੋਲ ਰਹੇ ਹੋ ਔਰ ਕਿੱਥੇ ਬੋਲ ਰਹੇ ਹੋ ਔਰ ਕਿਵੇਂ ਬੋਲ ਰਹੇ ਹੋ, ਹੈ ਨਾ। ਇਹ ਚੀਜ਼ਾਂ ਜਿਹੜੀਆਂ ਅਕੋਰਡਿੰਗਲੀ ਫਿਰ ਤੁਸੀਂ ਜਿਹੜਾ ਇੱਕ ਅੱਛਾ ਸਪੀਕਰ ਹੈ ਉਹਦੇ 'ਚ ਐਬਿਲਿਟੀ ਹੋਣੀ ਚਾਹੀਦੀ ਹੈ ਕਿ ਉਹ ਅਕੋਰਡਿੰਗ ਟੂ ਰਿਕੁਆਇਰਮੈਂਟ ਆਪਣਾ ਮੈਸੇਜ ਜਿਹੜਾ ਕਨਵੇ ਕਰ ਸਕੇ, ਅਕੋਰਡਿੰਗ ਟੂ ਸਿਚੁਏਸ਼ਨ, ਅਕੋਰਡਿੰਗ ਟੂ ਓਕੇਜ਼ਨ। ਮਤਲਬ ਤੁਸੀਂ ਕਿਸੇ ਸਾਡਾ ਵੇਰੀ ਕਰਦਾ ਨਾ ਕਿ ਅਸੀਂ ਕਿਸ ਜਗ੍ਹਾ 'ਤੇ ਬੈਠੇ ਹਾਂ ਅਤੇ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ। ਤੁਸੀਂ ਆਪਣੇ ਫਰੈਂਡਸ ਦੇ ਨਾਲ ਗੱਲ ਕਰ ਰਹੇ ਹੁੰਦੇ ਹੋ ਤਾਂ ਤੁਹਾਡਾ ਬੋਲਣ ਦਾ ਜਿਹੜਾ ਲਹਿਜ਼ਾ ਹੈ, ਵੇ ਹੈ, ਉਹ ਕੁਛ ਹੋਰ ਹੁੰਦਾ ਹੈ, ਰਾਈਟ। ਤਾਂ ਮਤਲਬ ਅਸੀਂ ਫਰੀ ਹੁੰਦੇ ਹਾਂ, ਇਨਫੋਰਮਲ ਲੈਂਗੁਏਜ ਯੂਜ਼ ਕਰ ਰਹੇ ਹੁੰਦੇ ਹਾਂ। ਤਾਂ ਜੇ ਤੁਸੀਂ ਆਪਣੇ ਪੈਰੈਂਟਸ ਨਾਲ ਜਾਂ ਹੋਰ ਐਲਡਰਸ ਨਾਲ ਗੱਲ ਕਰਦੇ ਹੋ ਤਾਂ ਤੁਹਾਡਾ ਜਿਹੜਾ ਬੋਲਣ ਦਾ ਵੇ ਉਹ ਚੇਂਜ ਹੋ ਜਾਂਦਾ ਹੈ। ਜਿਹੜੇ ਅਸੀਂ ਕੰਪੈਰੇਟਿਵਲੀ ਫਰੈਂਡਸ ਦੇ ਨਾਲ ਗੱਲ ਕਰਨ ਦੇ ਵੇ ਦੇ ਨਾਲ ਕੰਪੇਅਰ ਕਰੀਏ ਤਾਂ। ਅਤੇ ਜੇ ਤੁਸੀਂ ਕਿਸੇ ਓਫੀਸ਼ੀਅਲ ਪਰਸਨ ਦੇ ਨਾਲ ਕੋਈ ਓਫੀਸ਼ੀਅਲ ਕਨਵਰਜ਼ੇਸ਼ਨ ਕਰ ਰਹੇ ਹੋ ਜਾਂ ਫਿਰ ਕੋਈ ਇੰਟਰਵਿਊ ਜਾਂ ਕੋਈ ਹੋਰ ਓਫੀਸ਼ੀਅਲ ਟੋਕ ਤੁਹਾਡੀ ਹੋ ਰਹੀ ਹੈ ਤਾਂ ਤੁਹਾਡਾ ਜਿਹੜਾ ਵੇ ਆਫ ਟੋਕਿੰਗ ਉਹ ਬਿਲਕੁਲ ਫਿਰ ਵੀ ਉਸ ਤੋਂ ਵੀ ਚੇਂਜ ਹੋ ਜਾਏਗਾ। ਮਤਲਬ ਇਟ ਡਿਪੈਂਡਸ ਅਪੋਨ ਸਿਚੁਏਸ਼ਨ ਕਿ ਤੁਸੀਂ ਕਿਸ ਜਗ੍ਹਾ 'ਤੇ ਕਿਸ ਤਰ੍ਹਾਂ ਦੀ ਕਨਵਰਸੇਸ਼ਨ ਕਰ ਰਹੇ ਹੋ, ਕਿਸ ਜਗ੍ਹਾ 'ਤੇ ਬੋਲ ਰਹੇ ਹੋ। ਤਾਂ ਇਹ ਮਤਲਬ ਜਿਹੜਾ ਇੱਕ ਅੱਛਾ ਸਪੀਕਰ ਆ ਉਹਦੇ 'ਚ ਇਹ ਐਬਿਲਿਟੀ ਹੋਣੀ ਚਾਹੀਦੀ ਹੈ ਕਿ ਉਹ ਅਕੋਰਡਿੰਗ ਟੂ ਓਕੇਜ਼ਨ, ਅਕੋਰਡਿੰਗ ਟੂ ਸਿਚੁਏਸ਼ਨ ਆਪਣੇ ਮੈਸੇਜ ਨੂੰ, ਡਿਜ਼ਾਇਰ ਮੀਨਿੰਗ ਨੂੰ ਕਨਵੇ ਕਰਨ ਦੇ ਲਈ ਐਫਰਟਸ ਡਾਲ ਸਕੇ। ਲਾਸਟ ਹੈ ਜੀ ਹੀ ਸ਼ੋਜ਼ ਮਾਸਟਰੀ ਆਫ ਦਾ ਹਾਂ ਇਹ ਹੋ ਗਿਆ ਸੀ ਹੀ ਸ਼ੋਜ਼ ਮਾਸਟਰੀ ਆਫ ਦਾ ਬੇਸਿਕ ਗ੍ਰਾਮਰ ਆਫ ਸਪੋਕਨ ਇੰਗਲਿਸ਼। ਸੋ ਸਪੀਕਿੰਗ ਤੋਂ ਬਾਅਦ ਜੀ ਗੱਲ ਕਰਨ ਲੱਗੇ ਆਪਾਂ ਰਾਈਟਿੰਗ ਦੀ। ਰਾਈਟਿੰਗ ਇਜ਼ ਅ ਕੰਪਲੈਕਸ ਐਂਡ ਟੈਕਨੀਕਲ ਸਕਿੱਲ। ਜਿਹੜਾ ਰਾਈਟਿੰਗ ਹੈ ਥੋੜ੍ਹਾ ਕੰਪਲੈਕਸ ਅਤੇ ਟੈਕਨੀਕਲ ਸਕਿੱਲ ਆ। ਬੋਲ ਹਰ ਕੋਈ ਲੈਂਦਾ ਪਰ ਲਿਖਣਾ ਹਰ ਕਿਸੇ ਨੂੰ ਨਹੀਂ ਆਉਂਦਾ।
ਹੁਣ ਜੇ ਅਸੀਂ ਦੇਖੀਏ ਅਸੀਂ ਸਾਰੇ ਕੁਛ ਨਾ ਕੁਛ ਬੋਲਦੇ ਹਾਂ, ਗੱਲ ਕਰਦੇ ਹਾਂ, ਪੂਰਾ ਦਿਨ ਕਿਸੇ ਨਾ ਕੋਈ ਗੱਲ ਕਰਦੇ ਹਾਂ, ਠੀਕ ਹੈ ਜੀ। ਬਟ ਕੀ ਹੈ ਕਿ ਉਸ ਤੋਂ ਬਾਅਦ ਲਿਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਿਹੜੇ ਆਥਰਸ ਨੇ, ਬੁੱਕਸ ਲਿਖਦੇ ਨੇ, ਅਖਬਾਰਾਂ ਲਈ ਲਿਖਦੇ ਨੇ, ਉਹ ਕੁਛ ਗਿਣੇ ਚੁਣੇ ਪਰਸਨ ਹੀ ਹੁੰਦੇ। ਸੋ ਲਿਖਣਾ ਇੱਕ ਟੈਕਨੀਕਲ ਸਕਿੱਲ ਹੈ। ਇਟ ਇਜ਼ ਦਾ ਗ੍ਰਾਫਿਕਲ ਰਿਪਰਜੈਂਟੇਸ਼ਨ ਆਫ ਸਪੀਚ। ਇਹ ਗ੍ਰਾਫਿਕਲ ਰਿਪਰਜੈਂਟੇਸ਼ਨ ਹੈ ਸਪੀਚ ਦੀ ਜੀ। ਦਾ ਲੈਂਗੁਏਜ ਆਈਟਮ ਆਲਰੇਡੀ ਲਰਨਡ ਬਿਕਮ ਫਰਮਲੀ ਫਿਕਸਡ ਇਨ ਦਾ ਮਾਈਂਡਸ ਆਫ ਦਾ ਸਟੂਡੈਂਟਸ। ਜਿਹੜੀਆਂ ਲੈਂਗੁਏਜ ਆਈਟਮਸ ਅਸੀਂ ਆਲਰੇਡੀ ਸਿੱਖੀਆਂ ਹੋਈਆਂ ਨੇ, ਆਲਰੇਡੀ ਸਾਡੇ ਮਾਈਂਡ ਦੇ ਵਿੱਚ ਫਿਕਸ ਹੋਈਆਂ ਨੇ, ਉਹਨਾਂ ਨੂੰ ਅਸੀਂ ਐਕਸਪ੍ਰੈਸ ਕਰਦੇ ਹਾਂ ਰਾਈਟਿੰਗ ਫੋਰਮ ਦੇ ਵਿੱਚ। ਬੈਕੋਨਸ ਨੇ ਇਹਦੇ ਬਾਰੇ ਬਹੁਤ ਵਧੀਆ ਕਿਹਾ ਹੈ ਕਿ ਰੀਡਿੰਗ ਮੇਕਸ ਅ ਫੁੱਲ ਮੈਨ ਕਾਨਫੀਡੈਂਸ, ਅ ਰੈਡੀ ਮੈਨ ਐਂਡ ਰਾਈਟਿੰਗ ਐਨ ਐਗਜ਼ੈਕਟ ਮੈਨ। ਉਹ ਕਹਿੰਦੇ ਜੇ ਰੀਡਿੰਗ ਇੱਕ ਬੰਦੇ ਨੂੰ ਫੁੱਲ ਮੈਨ ਕਾਨਫੀਡੈਂਸ ਆ ਰੈਡੀ ਬਣਾਉਂਦੀ ਹੈ, ਤਾਂ ਜਿਹੜੀ ਰਾਈਟਿੰਗ ਹੈ ਉਹ ਇਨਸਾਨ ਨੂੰ ਐਗਜ਼ੈਕਟ ਮੈਨ ਬਣਾਉਂਦੀ ਹੈ, ਠੀਕ ਹੈ। ਇਸੇ ਤਰ੍ਹਾਂ ਵੈਲ ਨੇ ਵੀ ਕੁਛ ਕਿਹਾ ਹੈ ਕਿ ਰਾਈਟਿੰਗ ਇਜ਼ ਅ ਟੂਲ ਯੂਜ਼ ਟੂ ਇਨੇਬਲ ਅਸ ਟੂ ਐਕਸਪ੍ਰੈਸ ਵਟ ਇਜ਼ ਇਨ ਆਰ ਮਾਈਂਡ। ਕਿ ਰਾਈਟਿੰਗ ਕੀ ਹੈ, ਇੱਕ ਟੂਲ ਹੈ ਜੀ ਜਿਹੜਾ ਸਾਨੂੰ ਕਿਸ ਚੀਜ਼ ਦੇ ਯੋਗ ਬਣਾਉਂਦਾ, ਕਿਸ ਚੀਜ਼ ਦੇ ਕਾਬਲ ਬਣਾਉਂਦਾ ਹੈ ਟੂ ਐਕਸਪ੍ਰੈਸ ਵਟ ਇਜ਼ ਇਨ ਆਵਰ ਮਾਈਂਡ। ਜੋ ਵੀ ਸਾਡੇ ਮਨ ਦੇ ਵਿੱਚ ਹੈ ਉਹਨੂੰ ਐਕਸਪ੍ਰੈਸ ਕਰਨ ਦੇ ਲਈ ਤੁਸੀਂ ਤੁਹਾਡੇ ਮਨ ਦੇ ਵਿੱਚ ਕੁਛ ਜੋ ਵੀ ਵਲਵਲੇ ਨੇ ਤੁਸੀਂ ਉਹਨੂੰ ਰਿਟਨ ਫੋਰਮ ਦੇ ਵਿੱਚ ਐਕਸਪ੍ਰੈਸ ਕਰ ਸਕਦੇ। ਕਿਉਂਕਿ ਐਕਸਪ੍ਰੈਸ ਕਰਨ ਦਾ ਜੇ ਬੋਲਣਾ ਇੱਕ ਵੇ ਹੈ ਤਾਂ ਰਾਈਟਿੰਗ ਵੀ ਇੱਕ ਬਹੁਤ ਵਧੀਆ ਵੇ ਹੈ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ। ਐਂਡ ਫॉर ਸਮ ਪੀਪਲ ਇਜ਼ ਆਲਮੋਸਟ ਐਜ਼ ਇੰਪੋਰਟੈਂਟ ਐਜ਼ ਸਪੀਚ। ਅਤੇ ਕੁਝ ਲੋਕਾਂ ਲਈ ਤਾਂ ਇਹ ਓਨਾ ਹੀ ਇੰਪੋਰਟੈਂਟ ਹੈ ਜਿੰਨਾ ਕਿ ਸਪੀਚ। ਜਿੰਨਾ ਹੀ ਸਪੀਚ ਦੀ ਇੰਪੋਰਟੈਂਸ ਉਹਨਾਂ ਲਈ ਓਨੀ ਹੀ ਉਹਨਾਂ ਦੇ ਲਈ ਜਿਹੜੀ ਰਾਈਟਿੰਗ ਦੀ ਇੰਪੋਰਟੈਂਸ ਹੈ। ਸੋ writing is a difficult art and it acquire complete control of the muscles of the hand and the rest। ਇੱਕ ਡਿਫੀਕਲਟ ਆਰਟ ਹੈ। ਜੇ ਅਸੀਂ ਚਾਰਾਂ ਦੇ ਵਿੱਚੋਂ ਇਹਨੂੰ ਕੰਪੇਅਰ ਕਰੀਏ ਤਾਂ ਇਹਦੇ ਲਈ ਸਾਨੂੰ ਇੱਕ ਕੰਪਲੀਟ ਕੰਟਰੋਲ ਦੀ ਲੋੜ ਹੈ ਸਾਡੇ ਮਸਲਸ 'ਤੇ, ਸਾਡੇ ਹੈਂਡ 'ਤੇ ਅਤੇ ਸਾਡੇ ਰੈਸਟ 'ਤੇ ਜਦੋਂ ਅਸੀਂ ਲਿਖਦੇ ਹਾਂ। ਸੋ ਬਿਊਟੀਫੁਲ ਹੈਂਡ ਰਾਈਟਿੰਗ ਨਾਟ ਓਨਲੀ ਅਟਰੈਕਟਸ ਦਾ ਰੀਡਰ ਬਟ ਦਾ ਰਾਈਟਰ ਆਲਸੋ ਐਕਸਪੀਰੀਅੰਸਿਸ ਪਲੈਜ਼ਰ ਇਨ ਪ੍ਰੋਸੈਸ ਆਫ ਰਾਈਟਿੰਗ। ਜਿਹੜੀ ਵਧੀਆ ਹੈਂਡ ਰਾਈਟਿੰਗ ਹੈ ਉਹ ਸਿਰਫ ਪੜ੍ਹਨ ਵਾਲਿਆਂ ਨੂੰ ਇੰਪ੍ਰੈਸ ਨਹੀਂ ਕਰਦੀ, ਸਾਨੂੰ ਖੁਦ ਨੂੰ ਵੀ ਇੱਕ ਇੰਟਰਨਲ ਖੁਸ਼ੀ, ਇੰਟਰਨਲ ਪਲੈਜ਼ਰ ਮਿਲਦਾ ਹੈ ਕਿ ਯੈਸ ਮੇਰੀ ਹੈਂਡ ਰਾਈਟਿੰਗ ਕਿੰਨੀ ਅੱਛੀ ਹੈ। ਸੋ ਇਨ ਦਾ ਅਰਲੀ ਸਟੇਜਸ, ਸ਼ੁਰੂਆਤ ਦੇ ਵਿੱਚ ਕੀ ਹੁੰਦਾ ਹੈ ਕਿ ਓਨਲੀ ਗੁੱਡ ਹੈਂਡ ਰਾਈਟਿੰਗ ਇਜ਼ ਐਮਫੇਸਾਈਜ਼ਡ while at later stages the ability to write in English is needed at the higher stage। ਸਟਾਰਟਿੰਗ ਦੇ ਵਿੱਚ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਕਿ ਵਧੀਆ ਕਿਵੇਂ ਲਿਖਣਾ ਹੈ, ਕਰਸਿਵ ਰਾਈਟਿੰਗ ਕੀ ਹੁੰਦੀ ਹੈ, ਕਿਉਂਕਿ ਉਦੋਂ ਉਹਨਾਂ ਨੇ ਬੱਚਿਆਂ ਨੇ ਕੁਝ ਸਿੱਖਣਾ ਨਹੀਂ ਹੁੰਦਾ, ਜਦ ਦੇ ਆਰ ਜਸਟ ਲਰਨਿੰਗ ਫੋਰਮੇਸ਼ਨ ਹੈ ਨਾ, ਹੈਂਡ ਰਾਈਟਿੰਗ ABC ਵਗੈਰਾ ਸਿੱਖ ਰਹੇ ਹੁੰਦੇ ਆ। ਸੋ ਜਦੋਂ ਅਸੀਂ ਵੱਡੇ ਹੋ ਜਾਂਦੇ ਲੇਟਰ ਸਟੇਜ 'ਤੇ ਜਾ ਕੇ ਹੈਂਡ ਰਾਈਟਿੰਗ 'ਤੇ ਫਿਰ ਅਸੀਂ ਕੰਮ ਨਹੀਂ ਕਰਦੇ, ਫਿਰ ਸਾਡੀ ਰਾਈਟਿੰਗ ਐਬਿਲਿਟੀਜ਼ ਦੇਖੀਆਂ ਜਾਂਦੇ ਨੇ ਕਿ ਅਸੀਂ ਕਿੰਨਾ ਲਿਖ ਸਕਦੇ ਹਾਂ, ਕਿਵੇਂ ਦਾ ਲਿਖ ਸਕਦੇ ਹਾਂ। ਐਂਡ ਜਿਹੋ ਜਿਹੀ ਸਾਡੀ ਹੈਂਡ ਰਾਈਟਿੰਗ ਫੋਰਮੇਸ਼ਨ ਬਣਨੀ ਹੁੰਦੀ ਹੈ ਉਹ ਸਟਾਰਟਿੰਗ ਦੇ ਵਿੱਚ ਹੀ ਬਣ ਜਾਂਦੀ ਹੈ। ਰਾਈਟਿੰਗ ਤੋਂ ਬਾਅਦ ਗੱਲ ਕਰਦੇ ਹਾਂ ਜੀ ਰੀਡਿੰਗ ਦੀ। ਰੀਡਿੰਗ ਜਿਹੜਾ ਇਜ਼ ਵਨ ਆਫ ਦਾ ਫੰਡਾਮੈਂਟਲ ਸਕਿੱਲ ਇਨ ਲੈਂਗੁਏਜ ਲਰਨਿੰਗ। ਜਿਹੜਾ ਰੀਡਿੰਗ ਹੈ ਉਹ ਇੱਕ ਫੰਡਾਮੈਂਟਲ ਸਕਿੱਲ ਦੇ ਵਿੱਚੋਂ, ਲੈਂਗੁਏਜ ਦੇ ਵਿੱਚੋਂ ਇੱਕ ਹੈ। ਫੰਡਾਮੈਂਟਲ ਕੀ ਹੁੰਦਾ ਜੀ? ਆਧਾਰਭੂਤ। ਸੋ ਇਟ ਇਜ਼ ਆ ਰਿਸੈਪਟਿਵ ਸਕਿੱਲ। ਰਿਸੈਪਟਿਵ ਸਕਿੱਲ ਆ, ਅਸੀਂ ਰਿਸੀਵ ਕਰਦੇ ਹਾਂ, ਠੀਕ ਹੈ, ਐਕਸਪ੍ਰੈਸ ਨਹੀਂ ਕਰਦੇ, ਰਿਸੀਵ ਕਰਦੇ ਹਾਂ ਅਸੀਂ। ਇਟ ਇਜ਼ ਆ ਮੀਨਸ ਆਫ ਫਿਕਸਿੰਗ firmly the language item which have already been learnt by the child as a part of listening and speaking। ਤਾਂ ਹੁਣ ਤੱਕ ਜੋ ਬੱਚੇ ਨੇ ਚੀਜ਼ਾਂ ਸਪੀਕਿੰਗ ਦੇ ਰਾਹੀਂ, ਲਿਸਨਿੰਗ ਦੇ ਰਾਹੀਂ ਸੁਣੀਆਂ ਸੀ, ਕਿਸੇ ਤੋਂ ਸੁਣਿਆ ਸੀ ਕਿ ਆਹ ਚੀਜ਼ ਐਂ ਹੁੰਦੀ ਹੈ। ਫੋਰ ਐਗਜ਼ਾਮਪਲ ਕਿਸੇ ਬੱਚੇ ਨੇ ਸੁਣਿਆ ਹੈ ਕਿ ਇੱਕ ਪੋਲਿਊਸ਼ਨ ਕੀ ਹੁੰਦਾ ਹੈ, ਕਿਸੇ ਨੇ ਉਹਨੂੰ ਬੋਲ ਕੇ ਦੱਸਿਆ ਸੀ, ਕਿਸੇ ਟੀਚਰ ਨੇ, ਕਿ ਪੋਲਿਊਸ਼ਨ ਨਾਂ ਦੀ ਇੱਕ ਟਰਮ ਹੁੰਦੀ ਹੈ। ਪੋਲਿਊਸ਼ਨ ਦਾ ਮਤਲਬ ਹੈ ਸਾਡੇ ਵਾਤਾਵਰਨ ਦਾ ਦੂਸ਼ਿਤ ਹੋ ਜਾਣਾ, ਰਾਈਟ। ਜਦੋਂ ਸੇਮ ਚੀਜ਼ ਉਹ ਬੁੱਕ ਦੇ ਵਿੱਚੋਂ ਪੜ੍ਹੂਗਾ ਤਾਂ ਕੀ ਹੁੰਦਾ ਹੈ ਉਹਦੇ ਨਾਲ ਕਿ ਉਹ ਜਿਹੜਾ ਵਾ ਮਤਲਬ ਜੋ ਚੀਜ਼ਾਂ ਉਹਨੇ ਹੁਣ ਤੱਕ ਸਿਰਫ ਸੁਣੀਆਂ ਸੀ ਤਾਂ ਉਹ ਸੁਣ ਕੇ ਸਿੱਖੀਆਂ ਹੋਈਆਂ ਸੀ, ਤਾਂ ਉਹਨੂੰ ਅਫਿਕਸ ਕਰਨ ਦਾ ਜਿਹੜਾ ਉਹ ਬਹੁਤ ਵਧੀਆ ਤਰੀਕਾ ਹੈ। ਜੋ ਤੁਸੀਂ ਉਹਨੂੰ ਪੜ੍ਹਦੇ ਹੋ ਤਾਂ ਤੁਹਾਨੂੰ ਸਪੋਰਟ ਮਿਲ ਜਾਂਦੀ ਹੈ। ਸੋ ਰੀਡਿੰਗ ਇਜ਼ ਵਿਜ਼ੂਅਲ, ਕਿਉਂਕਿ ਰੀਡਿੰਗ ਵਿਜ਼ੂਅਲ ਹੁੰਦੀ ਹੈ। ਸੋ ਦਾ ਆਡੀਟਰੀ ਸਾਈਨ ਆਰ ਟਰਾਂਸਫਰਡ ਟੂ ਵਿਜ਼ੂਅਲ ਸਾਈਨ। ਜਿਹੜੇ ਆਡੀਟਰੀ ਸਾਈਨਸ ਸੀਗੇ
ਉਹ ਕਾਹਦੇ 'ਚ ਟ੍ਰਾਂਸਫਰ ਹੋ ਗਏ ਰਾਜੇ, ਵਿਜ਼ੂਅਲ ਦੇ ਵਿੱਚ, ਗ੍ਰਾਫਿਕਸ ਦੇ ਵਿੱਚ, ਅਤੇ ਤੁਸੀਂ ਉਹਨੂੰ ਪੜ੍ਹ ਰਹੇ ਹੋ। ਜੋ ਚੀਜ਼ਾਂ ਤੁਸੀਂ ਸੁਣੀਆਂ ਸੀ ਆਡੀਟਰੀ ਫੋਰਮ ਦੇ ਵਿੱਚ, ਹੁਣ ਉਹ ਵਿਜ਼ੂਅਲ ਸਾਈਨ ਦੇ ਵਿੱਚ ਕਨਵਰਟ ਹੋ ਜਾਂਦੀਆਂ ਨੇ। ਸੇਮ ਚੀਜ਼ ਤੁਹਾਨੂੰ ਲਿਖੀ ਹੋਈ ਰਿਟਨ ਫੋਰਮ ਦੇ ਵਿੱਚ ਮਿਲਦੀ ਹੈ ਅਤੇ ਤੁਸੀਂ ਉਹਨੂੰ ਪੜ੍ਹਦੇ ਹੋ। ਸੋ ਦ ਟੀਚਰ ਇਜ਼ ਅ ਗਾਈਡ ਇਨ ਦ ਪ੍ਰੋਸੈਸ ਆਫ ਰੀਡਿੰਗ। ਰੀਡਿੰਗ ਪ੍ਰਕਿਰਿਆ ਦੇ ਵਿੱਚ ਜਿਹੜਾ ਟੀਚਰ ਹੈ ਉਹਦਾ ਕੰਮ ਕੀ ਹੁੰਦਾ, ਇੱਕ ਗਾਈਡ ਦਾ ਕੰਮ ਹੁੰਦਾ। ਇਟ ਇਜ਼ ਦਾ ਐਂਟਾਇਰਲੀ ਰਿਸਪੋਂਸੀਬਿਲਿਟੀ ਆਫ ਦ ਟੀਚਰ ਟੂ ਗਿਵ ਦ ਬੈਸਟ ਇਨ ਰੀਡਿੰਗ ਟੂ ਹਿਜ਼ ਸਟੂਡੈਂਟ। ਸੋ ਇਹ ਫੰਡਾਮੈਂਟਲ ਡਿਊਟੀ ਹੈ ਜੀ ਟੀਚਰ ਦੀ, ਜਾਂ ਫਿਰ ਪੂਰੀ ਹੋਲ ਸੋਲ ਉਹੀ ਰਿਸਪੋਂਸੀਬਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਨ ਦੇ ਲਈ ਬੈਸਟ ਦੇਵੇ, ਜੋ ਉਹਨਾਂ ਨੂੰ ਰਿਕੁਆਇਰਡ ਹੈ, ਜੋ ਉਹਨਾਂ ਦੇ ਲਈ ਢੁਕਵਾਂ ਹੈ, ਜੋ ਉਹਨਾਂ ਲਈ ਸੂਟੇਬਲ ਹੈ। ਸੋ ਅ ਟੀਚਰ ਮਸਟ ਬੀ ਇਕੁਇਪਡ ਵਿਦ ਕੰਪਲੀਟ ਨੌਲੇਜ। ਟੀਚਰ ਨੂੰ ਖੁਦ ਨੂੰ ਵੀ ਜਿਹੜੀ ਹੈ ਪੂਰੀ ਕੰਪਲੀਟ ਨੌਲੇਜ ਹੋਣੀ ਚਾਹੀਦੀ ਹੈ ਉਸ ਚੀਜ਼ ਦੀ। ਹੀ ਮਸਟ ਟੀਚ ਹਿਜ਼ ਸਟੂਡੈਂਟਸ ਟੂ ਰੀਡ ਐਕੂਰੇਟਲੀ, ਤਾਂ ਕਿ ਉਹ ਬੱਚਿਆਂ ਨੂੰ, ਆਪਣੇ ਸਟੂਡੈਂਟਸ ਨੂੰ ਸਹੀ ਤਰੀਕੇ ਨਾਲ ਪੜ੍ਹਾ ਸਕੇ ਕਿ ਐਕੂਰੇਟਲੀ ਕਿਸੇ ਚੀਜ਼ ਨੂੰ ਕਿਵੇਂ ਰੀਡ ਕਰਨਾ ਹੈ। ਮਤਲਬ ਉਹਦੀ ਪ੍ਰੋਨਾਂਸੀਏਸ਼ਨ, ਇੰਟੋਨੇਸ਼ਨ, ਸਟ੍ਰੈਸ, ਈਚ ਐਂਡ ਐਵਰੀਥਿੰਗ ਜਿਹੜੀ ਉਹ ਟੀਚਰ ਦੀ ਨੌਲੇਜ ਦੇ ਵਿੱਚ ਹੋਣਾ ਚਾਹੀਦਾ ਹੈ, ਤਾਂ ਕਿ ਉਹ ਬੱਚਿਆਂ ਨੂੰ ਦੱਸ ਸਕੇ ਕਿ ਉਹਨੂੰ ਐਕੂਰੇਟਲੀ ਕਿਵੇਂ ਪੜ੍ਹਨਾ ਹੈ ਕਿਸੇ ਚੀਜ਼ ਨੂੰ। ਸੋ ਦ ਰੀਡਿੰਗ ਸ਼ੁੱਡ ਬੀ ਮੀਨਿੰਗਫੁਲ। ਇਸ ਤੋਂ ਇਲਾਵਾ ਜੀ ਜਿਹੜੀ ਰੀਡਿੰਗ ਹੈ ਉਹ ਮੀਨਿੰਗਫੁਲ ਹੋਣੀ ਚਾਹੀਦੀ ਹੈ, ਲੈਸ ਨਹੀਂ ਹੋਣੀ ਚਾਹੀਦੀ, ਤਾਂ ਕਿ ਬੱਚਿਆਂ ਨੇ ਤਾਂ ਜੋ ਟੀਚਰ ਨੇ ਕਹਿ ਤਾ ਉਹਨਾਂ ਨੇ ਟੀਚਰ ਨੂੰ ਫੋਲੋ ਕਰਨਾ ਹੁੰਦਾ ਹੈ। ਜੋ ਚੀਜ਼ ਟੀਚਰ ਨੇ ਉਹਨਾਂ ਨੂੰ ਪੜ੍ਹਨ ਨੂੰ ਕਹਿਤੀ, ਬੱਚਿਆਂ ਨੇ ਉਹੀ ਚੀਜ਼ ਹੀ ਪੜ੍ਹਨੀ ਹੁੰਦੀ। ਸੋ ਇਟ ਇਜ਼ ਦ ਫੰਡਾਮੈਂਟਲ ਡਿਊਟੀ ਆਫ ਦ ਟੀਚਰ ਕਿ ਉਹ ਬੱਚਿਆਂ ਨੂੰ ਸਹੀ ਕੰਟੈਂਟ ਪੜ੍ਹਨ ਨੂੰ ਦੇਵੇ ਅਤੇ ਸਹੀ ਤਰੀਕੇ ਨਾਲ ਪੜ੍ਹਨ ਬਾਰੇ ਉਹਨਾਂ ਨੂੰ ਸਿਖਾਵੇ ਵੀ। ਸੋ ਇਸੀ ਰਜੇ ਲੈਂਗੁਏਜ ਐਜ਼ ਅ ਮੀਨਸ ਆਫ ਕਮਿਊਨੀਕੇਸ਼ਨ। ਅਤੇ ਅਸੀਂ ਜਿਹੜੀ ਅਗਲਾ ਇਹਦੇ ਵਿੱਚ ਅੱਧਾ ਟੋਪਿਕ ਸਾਡਾ ਜਿਹੜਾ ਰਹਿੰਦਾ ਉਹ ਆਪਾਂ ਨੈਕਸਟ ਟੋਪਿਕ ਦੇ ਵਿੱਚ ਗੱਲ ਕਰਾਂਗੇ। ਉਹਦੇ 'ਚ ਗੱਲ ਕਰਾਂਗੇ ਅਸੀਂ ਕਿ ਹੁਣ ਅਸੀਂ ਗੱਲ ਕੀਤੀ ਸੀ ਲੈਂਗੁਏਜ ਐਜ਼ ਅ ਮੀਨਸ ਆਫ ਕਮਿਊਨੀਕੇਸ਼ਨ, ਜਿਹਦੇ ਲਈ 4 ਬੇਸਿਕ ਸਕਿੱਲ ਰਿਕੁਆਇਰਡ ਸੀਗੀ। ਅਤੇ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਲੈਂਗੁਏਜ ਐਂਡ ਥਿੰਕਿੰਗ ਦੀ ਅਗਲੇ ਲੈਕਚਰ ਦੇ ਵਿੱਚ। ਸੋ ਦੇਖਦੇ ਰਹੋ ਰਜੇ, ਲੈਕਚਰ ਧਿਆਨ ਨਾਲ ਸੁਣਿਆ ਕਰੋ ਔਰ ਨੋਟਸ ਬਣਾ ਲਿਆ ਕਰੋ, ਚੀਜ਼ਾਂ ਨੂੰ ਸਮਝ ਲਓ। ਮੈਂ ਫਿਰ ਇਹੀ ਗੱਲ ਕਹੂੰਗਾ ਕਿ ਆਈ ਐਮ ਆਲਵੇਜ਼ ਐਕਸਪਲੇਨ ਇਨ ਅ ਵੈਰੀ ਸਿੰਪਲ ਵੇ, ਇਨ ਅ ਵੈਰੀ ਸਿੰਪਲ ਐਂਡ ਈਜ਼ੀ ਵੇ। ਮੈਂ ਹਮੇਸ਼ਾ ਹੀ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਿੰਪਲ ਅਤੇ ਸਧਾਰਨ ਜਿਹੇ ਤਰੀਕੇ ਦੇ ਨਾਲ ਹੀ ਤੁਹਾਨੂੰ ਦੱਸਿਆ ਜਾਵੇ, ਤਾਂ ਕਿ ਤੁਹਾਨੂੰ ਇੰਗਲਿਸ਼ ਜਿਹੜੀ ਹੈ ਉਹ ਔਖੀ ਨਾ ਲੱਗੇ। ਔਰ ਇੰਗਲਿਸ਼ ਔਖੀ ਹੁੰਦੀ ਵੀ ਨਹੀਂ ਬਿਲਕੁਲ ਹੀ, ਜੇ ਅਸੀਂ ਇਹਨੂੰ ਸਿੰਪਲੀ ਚੀਜ਼ਾਂ ਨੂੰ ਦੇਖ ਕੇ ਸਿੱਖਦੇ ਹਾਂ ਅਤੇ ਪੜ੍ਹਦੇ ਹਾਂ। ਤਾਂ ਆਪਾਂ ਟੈਂਸ ਦਾ ਲੈਕਚਰ ਪਾਵਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਵੈਸੇ ਵੀ ਸੁਜੈਸਟ ਕਰੂੰਗਾ ਕਿ ਤੁਸੀਂ ਟੈਂਸ ਜ਼ਰੂਰ ਸਿੱਖੋ ਸਾਰੇ ਦੇ ਸਾਰੇ, ਤਾਂ ਕਿ ਤੁਹਾਨੂੰ ਸੈਂਟੈਂਸ ਬਣਾਉਣ ਦੀ ਜਿਹੜੀ ਕਲਾ ਆ ਜਾਏ। ਜੇ ਤੁਹਾਨੂੰ ਇੱਕ ਵਾਰ ਸੈਂਟੈਂਸ ਬਣਾਉਣ ਦੀ ਕਲਾ ਆ ਗਈ ਤਾਂ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਕਿਸੇ ਵੀ ਚੀਜ਼ ਨੂੰ ਐਕਸਪ੍ਰੈਸ ਕਰ ਸਕਦੇ ਹੋ। ਤਾਂ ਦੇਖਦੇ ਰਹੋ ਜੀ ਦਲਜੀਤ ਐਜੂਕੇਸ਼ਨ ਵਰਲਡ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ।